बिस्मिल्लाहिर्रहमानिर्रहीम। वेलकम बैक टू अनदर न्यू व्लॉग। आज का व्लॉग जी सफाई सुथराई के साथ आपको ये दिखाते हुए कि हम आज मतलब कि अपने कैंटीन का काम करके सुबह 11-10 बजे तक जो है ना मैक्रोनी मेरी बन गई थी, सूप मेरा बन गया था और मैंने ना किचन भी सारा साफ़ कर लिया क्योंकि वापस आओ तो फिर और बड़े लांझे होते हैं, कपड़े भी सिलाई करने होते हैं। कल की वीडियो में मैं आपको इंशाल्लाह दोबारा से दिखाऊंगी, कपड़े भी सिलाई कर रही थी। अच्छा, आज आप साथ साथ वीडियो दिखाएंगे, थोड़ा सा मैं स्कूल का भी दिखाऊंगी। मैं इसलिए ज़्यादा नहीं बनाती कि कोई टीचर या कोई बच्चा, चलिए बच्चे तो नहीं है, टीचर ना कोई क्या इतराज़ कर दे। तो ठीक है जी, हम अब जा रहे हैं और साथ आपको अपने साथ जो है ना आगे आगे सब कुछ दिखाएंगे। अच्छा, आज का व्लॉग जो है ना आप लोग सब देख रहे हैं, टॉपिक मेरा क्या है, क्या राशिदा मलिक जो है ना। अच्छा, मैं कहती हूँ कि इतनी को टिड में पीड़ है ना, इतनी को टिड में पीड़ है कि किसको टिड में पीड़ा जी? रिएक्शन वालों की मैं कहती हूँ बैंड मतलब उनकी इंसानियत खत्म होगी। ਉਹਨਾਂ ਦੇ ਤਿੱਦਾਂ ਚ ਜਿਹੜੀਆਂ ਹੈ ਨੇ ਨਾ, ਪਤਾ ਨਹੀਂ ਕਿਹੜੀ ਰੂਹਾਂ ਜਿਹੜੀਆਂ ਉਹਨਾਂ ਨੂੰ ਆਪ ਸਮਝ ਨਹੀਂ ਆ ਰਹੀ। ਮੇਰੇ ਕੋਲ ਅਲਫਾਜ਼ ਨਹੀਂ, ਮੈਂ ਕੁਝ ਐਸੇ ਅਲਫਾਜ਼ ਨਹੀਂ ਕਰਨਾ ਚਾਹ ਰਹੀ ਉਹਨਾਂ ਵਾਸਤੇ ਕਿ ਜਿਹੜੀ ਉਹਨਾਂ ਦੀ ਦਿਲਜ਼ਾਰੀ ਹੋਏ ਤੇ ਫਿਰ ਮੇਰੇ ਚ ਤੇ ਉਹਨਾਂ ਦੇ ਚ ਕੀ ਫਰਕ ਰਹਿ ਗਿਆ। ਅੱਛਾ ਜੀ, ਇੱਕ ਘਰ ਤਬਾਹ ਹੋ ਰਿਹਾ ਹੈ, ਮਤਲਬ ਕਿ ਅਗਰ ਉਹਨਾਂ ਦੇ ਵਿੱਚ ਕੋਈ ਐਸੀ ਗੱਲ ਹੋ ਗਈ ਹੈ ਮੀਆਂ ਬੀਵੀ ਦੇ ਵਿੱਚ ਤੇ ਇੰਨੇ ਇਸ਼ੂ ਬਣਾਉਣ ਦੀ ਤੁਹਾਨੂੰ ਕਾਹਦੀ ਜ਼ਰੂਰਤ? ਤੁਹਾਡੇ ਕਿਹੜੇ ਢਿੱਡ ਪੀੜ ਕਰ ਰਹੇ ਨੇ ਉਹ ਆਪਣੇ ਮੀਆਂ ਬੀਵੀ ਜਾਣਨ, ਉਹਨਾਂ ਦੇ ਕੰਮ ਜਾਣਨ। ਉਹ ਜਿੰਨਾ ਕੁ ਵਿਖਾਉਣਾ ਚਾਹੁੰਦੇ ਨੇ ਆਪਣੀ ਫੈਮਿਲੀ ਨੂੰ ਉਹਨਾਂ ਕੁ ਵਿਖਾ ਰਹੇ ਨੇ ਦੁਨੀਆ ਨੂੰ। ਜੋ ਵਿੱਚ ਦੀਆਂ ਗੱਲਾਂ ਉਹ ਨਹੀਂ ਵਿਖਾਉਣਾ ਚਾਹ ਰਹੇ ਤੇ ਤੁਸੀਂ ਕੌਣ ਹੁੰਦੇ ਹੋ ਕਿਸੇ ਦੇ ਘਰ ਤੇ ਮਤਲਬ ਗੌਸਿਪ ਕਰਨ ਵਾਲੇ? ਠੀਕ ਹੈ, ਤੁਹਾਨੂੰ ਅੱਲਾ ਨੇ ਪੁੱਛਣਾ ਹੈ, ਤੁਸੀਂ ਅੱਲਾ ਨੂੰ ਜਵਾਬ ਦੇਣਾ, ਲੇਕਿਨ ਤੁਸੀਂ ਫਿਰ ਵੀ ਐਸੀ ਤੁਹਾਡੀ ਅੰਦਰ ਇਨਸਾਨੀਅਤ ਮਾਰੀ ਗਈ ਹੈ। ਮੈਂ ਨਹੀਂ ਅੱਲਾ ਜਾਣੇ ਇਹਨਾਂ ਦੀ ਖਸਮ ਸਿਰ ਤੇ ਹੈ ਕੋਈ ਨਹੀਂ ਕਿ ਉਹ ਇੰਨੇ ਕੁਛ ਵਲੋਗ ਵਿੱਚ ਕਹਿ ਰਹੀਆਂ ਹੁੰਦੀਆਂ ਨੇ, ਜਾਂ ਉਹਨਾਂ ਦੇ ਆਪਣੇ ਰਿਸ਼ਤੇ ਹੀ ਕੋਈ ਨਹੀਂ ਹੈ ਕਿ ਮਤਲਬ ਨਾ ਸੱਸ ਨਾ ਨਨਾਣ ਨਾ ਧੀ ਨਾ ਭਰਾ ਨਾ ਮਾਂ। ਤੇ ਮੈਂ ਨਹੀਂ ਕਿ ਉਹ ਕਿੰਜ ਦੀਆਂ ਔਰਤਾਂ ਨੇ, ਤੇ ਮੈਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਸੀ। ਅੱਛਾ, ਮੈਂ ਨਾ ਜਿਹੜਾ ਵੀ ਕੋਈ ਇੰਜ ਦੀ ਗੱਲ ਕਰੇ ਨਾ, ਮੈਂ ਰਿਐਕਸ਼ਨ ਵਾਲਿਆਂ ਦਾ ਚੈਨਲ ਨਹੀਂ ਵੇਖਿਆ, ਮੈਂ ਕਿਉਂਕਿ ਉਹਨਾਂ ਨੂੰ ਸਪੋਰਟ ਕਰਨਾ ਨਹੀਂ ਚਾਹੁੰਦੀ ਤੇ ਮੈਂ ਉਹਨਾਂ ਦਾ ਚੈਨਲ ਨਹੀਂ ਵੇਖਿਆ। ਹਾਂ ਜੀ, ਬੈਨੀਫੀਸ਼ੀਅਲ ਬਾतें ਇੱਕ ਚੈਨਲ ਹੈ ਤੇ ਉਹ ਇਸ ਤੇ ਗੱਲ ਕਰ ਰਹੇ ਸਨ ਤੇ ਉਹਨਾਂ ਦੇ ਚੈਨਲ ਤੇ ਜਿਹੜੀ ਕਮੈਂਟ ਵਗੈਰਾ ਆਏ ਸਨ, ਉਹਨਾਂ ਨੇ ਕਮੈਂਟ ਲਾਏ ਸਨ 2-3 ਔਰਤਾਂ ਦੇ, ਤੇ ਉਹ ਜੀ ਦੱਸ ਰਹੇ ਸਨ ਤੇ ਮੈਂ ਸਿਰਫ ਉਹਨਾਂ ਦੇ ਗੱਲ ਦੇ ਨਾਲ ਐਗਰੀ ਕਰਨੀ ਆ। ਉਹਨਾਂ ਦੀ ਗੱਲ ਦੇ ਨਾਲ ਨਹੀਂ, ਮਤਲਬ ਹਰ ਇੱਕ ਉਸ ਔਰਤ ਦੀ ਗੱਲ ਨਾਲ ਜਿਹੜੀ ਰਿਐਕਸ਼ਨ ਵਾਲਿਆਂ ਦੇ ਬੈਡ ਵਜਾ ਰਹੀ। ਤੇ ਮੈਂ ਨਹੀਂ ਕਿ ਰਿਐਕਸ਼ਨ ਵਾਲਿਆਂ ਦੇ ਤੇ ਰਾਤ ਨੂੰ ਨੀਂਦ ਕਿੰਝ ਜਾਂਦੀ। ਤੁਸੀਂ ਤੁਹਾਡੇ ਜਿਹੜੇ ਚੈਨਲ ਤੋਂ ਪੈਸੇ ਆਉਂਦੇ ਨੇ ਤੁਹਾਡੇ ਉੱਤੇ ਹੀ ਨਹੀਂ ਲੱਗ ਜਾਂਦੀ? ਤੁਸੀਂ ਇਹ ਗੌਰ ਕਰੋ, ਤੁਹਾਨੂੰ ਕਦੀ ਕੋਈ ਬਿਮਾਰੀ ਐਸੀ ਤੇ ਨਹੀਂ ਲੱਗ ਗਈ? ਖੁਦਾ ਦਾ ਖੌਫ ਕਰੋ, ਲੋਕਾਂ ਦੇ ਘਰਾਂ ਨੂੰ ਨਾ ਜਾੜੋ, ਨਾ ਉਹਨਾਂ ਦੇ ਘਰ ਦੇ ਬਾਰੇ 'ਚ ਗੱਲਾਂ ਕਰੋ। ਤੁਹਾਡੇ ਕੋਲ ਆਪਣੀ ਜ਼ਿੰਦਗੀ 'ਚ ਆਪਣੀਆਂ ਗੱਲਾਂ ਵਿਖਾਉਣ ਵਾਸਤੇ ਕੋਈ ਗੱਲ ਹੈ ਤੇ ਉਹ ਵਿਖਾਓ। ਤੁਸੀਂ ਦੂਸਰਿਆਂ ਦੇ ਲੋਕਾਂ ਦੀਆਂ ਘਰਾਂ ਦੇ ਡਿਸਕਸ ਕਰਕੇ ਕੀ ਚਾਹੁੰਦੇ ਹੋ? ਫਿਰ ਕਦੀ ਪਲਵਿਸ਼ਾ ਜੀ ਤੇ ਉਹਨਾਂ ਦੇ ਵਾਲਿਦ ਸਾਹਿਬ ਤੇ ਬੋਲਣਾ ਸ਼ੁਰੂ ਹੋ ਜਾਓ, ਉਹਨਾਂ ਦੀ ਮਾਂ ਬੇਹਸ਼ਤਨ ਜਿਹੜੀ ਹੈ ਉਹ ਵਿਚਾਰੀ ਮਰ ਗਈ, ਉਹ ਜ਼ਿੰਦਾ ਤੇ ਨਹੀਂ ਹੈ, ਤੇ ਉਹਨਾਂ ਤੇ ਜਿੰਨੇ ਜਿਹੜੀ ਦੁਨੀਆ ਤੇ ਹੈ ਹੀ ਨਹੀਂ, ਫਿਰ ਉਹਨਾਂ ਤੇ ਗੱਲ ਕਰ ਰਹੇ ਹੋਣਗੇ। ਉਹ ਹੈਗੀ ਹੈ ਰਿਐਕਸ਼ਨ ਵਾਲੇ, ਤੇ ਰਿਐਕਸ਼ਨ ਵਾਲਿਆਂ ਨੂੰ ਮੈਂ ਨਹੀਂ ਅੱਲਾ ਜਾਣੇ ਨਿੰਦਰ ਕਿੰਝ ਜਾਂਦੀ, ਇਹਨਾਂ ਦਾ ਖਾਣਾ ਕਿੰਝ ਦਾ ਹੁੰਦਾ, ਤੇ ਇਹਨਾਂ ਕੋਲ ਆਪਣਿਆਂ ਕੋਲ ਕੋਈ ਰਿਸ਼ਤੇ ਹੈ ਨੇ ਕਿ ਨਹੀਂ ਹੈ, ਜਾਂ ਫਿਰ ਮੈਨੂੰ ਲੱਗਦਾ ਕਿ ਇਕੱਲੀਆਂ ਔਰਤਾਂ ਨੇ, ਨਾ ਇਹਨਾਂ ਕੋਲ ਧੀ ਨੇ, ਨਾ ਪੁੱਤਰ ਨੇ, ਨਾ ਹੀ ਸ਼ੋਹਰ ਹੈ, ਨਾ ਹੀ ਮਾਂ ਹੈ, ਨਾ ਭਰਾ ਭੈਣ, ਕੋਈ ਚੀਜ਼ ਨਹੀਂ ਹੈ। ਕਿਉਂਕਿ ਕੋਈ ਐਸਾ ਰਿਸ਼ਤਾ ਇਹਨਾਂ ਕੋਲ ਹੋਏ ਨਾ ਤੇ ਉਹਨਾਂ ਨੂੰ ਅਹਿਸਾਸ ਹੋਏ ਕਿ ਅਸੀਂ ਕਿਸੇ ਦੇ ਰਿਸ਼ਤਿਆਂ 'ਚ ਗੱਲ ਕਰ ਰਹੇ ਹਾਂ ਤੇ ਸਾਡੇ ਉੱਤੇ ਨਾ ਆ ਜਾਏ। ਜੇ ਤੇ ਉਹ ਮਾਵਾਂ ਹੈ ਨੇ ਨਾ, ਮੈਂ ਨਹੀਂ ਉਹ ਮਾਵਾਂ ਨਹੀਂ ਹੈ, ਉਹ ਜੇ ਮਾਵਾਂ ਹੁੰਦੀਆਂ ਤੇ ਉਹ ਕਦੀ ਵੀ ਕਿਸੇ ਦੇ ਦਿਲ ਆਜ਼ਾਰੀ ਵਾਲੇ ਮਤਲਬ ਜਿਹੜੀਆਂ ਨਾ ਗੱਲਾਂ ਨਾ ਕਰਦੀਆਂ, ਕਿਸੇ ਦਾ ਦਿਲ ਨਾ ਦੁਖਾਉਂਦੀਆਂ। ਤੇ ਮੈਂ ਨਹੀਂ, ਰਾਤ ਨੂੰ ਤੁਸੀਂ ਸੋ ਜਾਇਆ ਕਰੋ ਸਕੂਨ ਦੇ ਨਾਲ। ਜਿਹੜੇ ਰਿਐਕਸ਼ਨ ਵਾਲੀਆਂ ਉਹਨਾਂ ਤੋਬਾ ਕਰਕੇ ਅੱਜ ਦੀ ਰਾਤ ਤੁਸੀਂ ਸਕੂਨ ਨਾਲ ਸੋਵੋਗੇ, ਤੋਬਾ ਕਰ ਲਓ ਤੇ ਲੋਕਾਂ ਦੇ ਉਹਦੇ ਤੇ ਇਹ ਦੁਨੀਆ ਦਾ ਮਾਲ ਹੈ। ਠੀਕ ਹੈ, ਅਸੀਂ ਵੀ YouTube ਚੈਨਲ ਬਣਾਇਆ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਚੈਨਲ ਗਰੋ ਕਰੇ, ਲੇਕਿਨ ਕਿਸੇ ਦੇ ਬਾਰੇ 'ਚ ਗੱਲ ਕਰਕੇ ਅਸੀਂ ਗਰੋ ਕਰੀਏ ਤੇ ਬਿਲਕੁਲ ਵੀ ਨਹੀਂ। ਤੇ ਮੈਂ ਪਹਿਲੇ ਮੇਰਾ ਬੜਾ ਦਿਲ ਕੀਤਾ ਮੈਂ ਕਿਹੋ ਜਿਹੀ ਜ਼ਬਾਨ ਤੁਹਾਡੇ ਵਾਸਤੇ ਇਸਤੇਮਾਲ ਕਰਾਂ, ਲੇਕਿਨ ਫਿਰ ਮੈਂ ਮੇਰੇ ਤੇ ਤੁਹਾਡੇ 'ਚ ਕੀ ਰਹਿ ਜਾਏਗਾ? ਮਤਲਬ ਕੋਈ ਫਰਕ ਰਹਿ ਜਾਏਗਾ? ਕੋਈ ਵੀ ਨਹੀਂ ਰਹਿ ਜਾਏਗਾ। ਤੇ ਅੱਲਾ ਤੁਹਾਨੂੰ ਹਦਾਇਤ ਦੇ, ਤੇ ਅੱਲਾ ਤੁਹਾਡੇ ਜੇ ਬੱਚੇ ਨੇ ਤੇ ਉਹਨਾਂ ਨੂੰ ਸਲਾਮਤ ਰੱਖੇ ਤੇ ਤੁਹਾਡੀ ਕੀਤੀਆਂ ਉਹਨਾਂ ਦੇ ਅੱਗੇ ਬਿਲਕੁਲ ਨਾ। ਤੇ ਰਿਐਕਸ਼ਨ ਵਾਲਿਆਂ ਵਾਸਤੇ ਅੱਜ ਮੇਰਾ ਇਹ ਪੈਗਾਮ ਹੈ। ਤੇ ਅੱਜ ਮੈਂ ਤੁਹਾਨੂੰ ਇਹ ਦੱਸ ਰਹੀ ਸਾਂ ਜੀ, ਜਨਾਬ ਜੀ ਮੇਰੇ ਚੈਨਲ ਤੇ ਜਿਹੜੇ ਮੇਰਾ ਵਲੌਗ ਵੇਖਦੇ ਨੇ ਉਹ ਜਾਣਦੇ ਨੇ, ਮੈਂ ਸੁਬਾਹ ਉੱਠ ਕੇ ਨਮਾਜ਼ ਪੜ੍ਹ ਕੇ ਫਿਰ ਨਾਸ਼ਤਾ ਬਣਾ ਕੇ ਫਿਰ ਜਿਹੜਾ ਨਾ ਮਕਰੋਨੀ, ਉਹ ਨਾ ਕਿਚਨ ਇੰਨਾ ਜ਼ਿਆਦਾ ਡਰਟੀ ਹੋ ਜਾਂਦਾ ਨਾ, ਫਿਰ ਮੇਰਾ ਦਿਲ ਨਹੀਂ ਕਰਦਾ ਮੈਂ ਸਾਰਾ ਕੁਛ ਵਹਾਂ ਮਤਲਬ ਨਾਲ ਕੱਟੀ ਰਿਹਾ, ਨਾਲ ਸਾਮੀ ਦੀ ਵੀ ਹੈ ਹਰ ਸ਼ਹਿਰ, ਲੇਕਿਨ ਫਿਰ ਨਾਲ ਭਾਂਡੇ ਧੋਈਦੇ ਨੇ ਤੇ ਮਤਲਬ ਕਿ ਮੈਨੇਜ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਇੱਕ ਤੇ ਦਿਨ ਵੀ ਛੋਟਾ, ਲੇਕਿਨ ਮੈਂ ਨਾਲ ਹਰ ਚੀਜ਼ ਇਸ ਵਾਸਤੇ ਕਰਨੀ ਆ ਕਿ ਰੋਜ਼ ਮੈਂ ਇਹੀ ਕੰਮ ਦੀ ਰੂਟੀਨ ਹੈ। ਕਿਸੇ ਦਿਨ ਦੇਰ ਹੋ ਰਹੀ ਹੋਏ ਨਾ ਤੇ ਤਬੀਅਤ ਨਹੀਂ ਸਹੀ ਹੁੰਦੀ, ਕਮਰੇ 'ਚ ਇੰਨੀ ਸ਼ਦੀਦ ਦਰਦ ਹੋ ਰਹੀ ਹੁੰਦੀ, ਕਮਰ ਦੀ ਬੈਕ ਦੀ ਮੇਰੀ ਪ੍ਰੋਬਲਮ ਹੈ, ਤੇ ਉਹਦੀ ਵਜ੍ਹਾ ਤੋਂ ਕਈ ਦਫਾ ਨਾ ਸਿਰਫ ਮੈਂ ਕੰਮ ਹੀ ਕਰ ਪਾਉਂਦੀ ਹਾਂ, ਮਤਲਬ ਜੋ ਮੈਂ ਪਕਾਉਣਾ ਹੁੰਦਾ ਉਹ ਹੀ ਪਕਾ ਪਾਉਂਦੀ ਹਾਂ। ਤੇ ਉਸ ਤੋਂ ਬਾਅਦ ਮੈਂ ਨਾ ਮਤਲਬ ਬਰਤਨ ਨਹੀਂ ਧੋਂਦੀ, ਮੈਂ ਸਕੂਲ ਚਲੀ ਜਾਂਦੀ ਹਾਂ ਤੇ ਪਿੱਛੇ ਜਿਹੜਾ ਨਾ ਫਿਰ ਵਾਪਸ ਆ ਕੇ ਜਦੋਂ ਭਾਂਡੇ ਸ਼ਾਂਡੇ ਸਾਰਾ ਕੁਛ ਕਰਨਾ ਪੈਂਦਾ, ਫਿਰ ਬਹੁਤ ਜ਼ਿਆਦਾ ਮੁਸ਼ਕਿਲ ਲੱਗਦਾ ਕਿਉਂਕਿ ਖੜੇ ਹੋ ਕੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਮੈਨੇਜ ਕਰੀਦਾ। ਔਰ ਜਦੋਂ ਨਾ ਸਾਡੀ ਮੇਰੀ ਕੋਈ ਚੀਜ਼ ਬਚ ਜਾਂਦੀ ਹੈ, ਫਿਰ ਮੇਰੇ ਵਾਸਤੇ ਅਜ਼ਮਾਇਸ਼ ਇਸ ਵਾਸਤੇ ਹੋ ਜਾਂਦੀ ਹੈ ਕਿ ਮੈਂ ਪਕਾ ਰਹੀ ਹਾਂ ਸਿਲੰਡਰ ਤੇ, ਔਰ ਸਿਲੰਡਰ ਬਹੁਤ ਜ਼ਿਆਦਾ ਮਹਿੰਗਾ ਇਸਲਾਮਾਬਾਦ ਵਿੱਚ, ਤੇ ਇਨਸ਼ਾਅੱਲਾ ਅੱਲਾਹ ਤਾਲਾ ਗੈਸ ਵੀ ਦੇਗਾ। ਤੇ ਨਾ ਫਿਰ ਜਦੋਂ ਕੋਈ ਚੀਜ਼ ਬਚ ਜਾਂਦੀ ਹੈ ਨਾ ਤੇ ਫਿਰ ਮੇਰੇ ਵਾਸਤੇ ਜ਼ਰਾ ਅਜ਼ਮਾਇਸ਼ ਹੋ ਜਾਂਦੀ ਕਿਉਂਕਿ ਪ੍ਰੋਫਿਟ ਉਨਾ ਕੰਮ ਹੋ ਜਾਂਦਾ ਔਰ ਚੀਜ਼ ਜ਼ਾਇਆ ਤਾਂ ਨਹੀਂ ਹੁੰਦੀ। ਖੈਰ ਮੈਂ ਇੱਧਰ ਹਮਸਾਇਆ ਨੂੰ ਜਾਂ ਇੱਧਰ ਉੱਧਰ ਵੀ ਦੇ ਦੇਣੀ ਆ, ਲੇਕਿਨ ਇਹ ਵੀ ਕਿ ਮੇਰੀ ਸੇਲ ਸਾਰੀ ਹੋ ਜਾਏ ਤੇ ਫਿਰ ਮੈਂ ਬਣਾਉਣੀ ਉਨੀ ਕਾਂ ਜਿਹੜੀ ਸੇਲ ਹੋ ਜਾਇਆ ਕਰੇ।
ਤੇ ਇਹ ਜੀ ਨਾਸ਼ਤਾ ਜੋ ਤੁਸੀਂ ਵੇਖ ਰਹੇ ਹੋ ਨਾ, ਮੈਂ ਸਵੇਰ ਬੱਚਿਆਂ ਨੂੰ ਉਠਾਇਆ ਕਿ ਨਾਸ਼ਤਾ ਕਰ ਲਓ, 2 ਮੇਰੇ ਬੱਚੇ ਉੱਠੇ ਹੀ ਨਹੀਂ, ਉਹ ਸੁੱਤੇ ਹੀ ਰਹੇ, ਉਹ ਆਦੇ ਨਹੀਂ ਅਸੀਂ ਹਲੇ ਨਹੀਂ ਕਰਨਾ। ਤੇ ਉਹਨਾਂ ਦਾ ਨਾਸ਼ਤਾ ਵੈਸੇ ਮੈਂ ਨਮਾਜ਼ ਪੜ੍ਹ ਕੇ ਨਾ ਨਾਸ਼ਤਾ ਬਣਾ ਲਿਆ ਸੀ, ਬਾਕੀ ਬੱਚਿਆਂ ਨੂੰ ਦੇ ਦਿੱਤਾ, ਆਪ ਕਰ ਲਿਆ, ਆਪਣੇ ਹਸਬੈਂਡ ਜੀ ਨੂੰ ਦੇ ਦਿੱਤਾ। ਔਰ ਇਹ ਜੋ ਨਵਾਬਜ਼ਾਦੇ ਸਨ ਨਾ, ਮੈਂ ਇਹਨਾਂ ਨੂੰ ਆਖਿਆ ਨਾਸ਼ਤਾ ਕਰਵਾ ਦੇਣੀ, ਅਸੀਂ ਸਾਨੂੰ ਭੁੱਖ ਨਹੀਂ, ਅਸੀਂ ਨਹੀਂ ਹਲੇ ਕਰਨਾ। ਤੇ ਇਹ ਰਹਿ ਗਏ ਸਨ। ਵਾਪਿਸ ਆਈਆਂ ਤੇ ਮੈਂ ਆਖਿਆ ਕਿ ਭਾਈ ਤੁਸੀਂ ਆਪੇ ਨਾਸ਼ਤਾ ਬਣਾ ਲਓ, ਆ ਹੁਣ ਤੇ ਮੈਂ ਥੱਕ ਗਈ ਹਾਂ, ਸਾਰਾ ਕੁਛ ਪਹਿਲੇ ਸਵੇਰ ਵੀ ਸਮੇਟ ਕੇ ਗਈ, ਹੁਣ ਇੱਥੇ ਮੈਂ ਰੈਸਟ ਕਰਾਂਗੀ। ਆਦੇ ਨਹੀਂ ਮਾਮਾ ਤੁਸੀਂ ਬਣਾ ਕੇ ਦਿਓ, ਪਰਾਠੇ ਬਣਾ ਕੇ ਦਿਓ। ਫਿਰ ਮੈਂ ਜੀ ਪੇੜੇ ਪਏ ਸਨ, ਤੁਸੀਂ ਵੇਖੇ ਨੇ ਕਿ ਮੈਂ ਪਲੇਟ 'ਚ ਬਣਾ ਕੇ ਰੱਖੇ ਸਨ। ਔਰ ਇਹ ਉੱਠੇ ਨਹੀਂ ਨਾ, ਹੈ ਸਵੇਰ ਅਸੀਂ ਨਾਸ਼ਤਾ ਕਰਕੇ ਗਏ ਤੇ ਸਵੇਰ ਇਹ ਨਹੀਂ ਉੱਠੇ। ਤੇ ਅਸੀਂ ਫਿਰ ਹੁਣ ਆ ਕੇ ਮੈਂ ਸਕੂਲੋਂ ਆ ਕੇ ਫਿਰ ਬੁੱਧ ਬਾਜ਼ਾਰ ਗਈ ਸਾਂ, ਉੱਥੋਂ ਕੁਛ ਚੀਜ਼ਾਂ ਲੈ ਕੇ ਆਈਆਂ ਔਰ ਫਿਰ ਆਪਣੀ ਗਰੋਸਰੀ ਕਰਕੇ ਲੈ ਕੇ ਆਈਆਂ ਜੋ ਥੋੜੀ ਵੱਟੀ ਲਿਆਣੀ ਸੀ। ਔਰ ਫਿਰ ਜਿਹੜਾ ਨਾ ਮੈਂ ਆਖਿਆ ਕਿ ਉਹ ਵੀ ਮੈਂ ਵਲੌਗ ਵਿੱਚ ਵਹਾਂਗੀ, ਲੇਕਿਨ ਅੱਜ ਮੈਂ ਰਿਐਕਸ਼ਨ ਵਾਲਿਆਂ ਵਾਸਤੇ ਜ਼ਰੂਰ ਗੱਲ ਕਰਨੀ ਸੀ। ਔਰ ਸਭ ਨੂੰ ਅੱਲਾਹ ਪਾਕ ਕਾਮਯਾਬੀਆਂ ਦੇ। ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਤੇ ਔਰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਔਰ ਅੱਗੇ ਇਨਸ਼ਾਅੱਲਾ ਮੇਰੀ ਬੇਟੀ ਦੀ ਸ਼ਾਦੀ ਹੈ ਤੇ ਉਹਦੇ ਵਿੱਚ ਜਦੋਂ ਮੈਂ ਬਾਹਰ ਸ਼ੋਪਿੰਗ ਤੇ ਜਾਇਆ ਕਰਾਂਗੀ ਤੇ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਵਿਖਾਵਾਂਗੀ। ਤੇ ਤੁਸੀਂ ਦੁਆ ਕਰਨਾ ਕਿ ਅੱਲਾਹ ਤਾਲਾ ਜਿਹੜਾ ਨਾ ਪਰਦਿਆਂ ਦੇ ਨਾਲ ਮੇਰਾ ਇਹ ਕੰਮ ਖੈਰ ਆਫੀਅਤ ਦੇ ਨਾਲ ਹੋ ਜਾਏ ਔਰ ਮੈਂ ਕਿਸੇ ਕੋਲੋਂ ਵੀ ਪੈਸੇ ਨਾ ਮੰਗਾ ਔਰ ਅੱਲਾਹ ਤਾਲਾ ਆਪਣੇ ਭਰੇ ਖਜ਼ਾਨਿਆਂ ਤੋਂ ਮੇਰੇ ਵਾਸਤੇ ਆਸਾਨੀਆਂ ਕਰ ਦੇ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮਤਲਬ ਕਿ ਕੋਈ ਅੱਛਾ ਅਜੀਬ ਕਮੈਂਟ ਕਰਦਾ ਨਾ ਤੇ ਮੈਂ ਨਹੀਂ ਆ ਕਿ ਕੀ ਕਮੈਂਟ ਕੀਤਾ ਯਾਰ, ਹੋ ਸਕਦਾ ਕਿ ਬੱਚੇ ਨੇ ਕਰ ਦਿੱਤਾ ਹੋਵੇ, ਚਲੋ ਖੈਰ ਹੈ ਜੀ, ਕੋਈ ਗੱਲ ਨਹੀਂ। ਤੇ ਅੱਜ ਵੀ ਨਾ ਮੇਰੀ ਪੁਰਾਣੀ ਵੀਡੀਓ ਤੇ ਇੱਕ ਤੇ ਕਮੈਂਟ ਆਇਆ ਸੀ, ਕਮੈਂਟ ਗੈਰ ਮੁਨਾਸਿਬ ਸੀ, ਤੇ ਮੈਂ ਇਸ ਵਾਸਤੇ ਦੱਸ ਨਹੀਂ ਰਹੀ, ਚਲੋ ਛੋੜੋ। ਤੇ ਯਾਰ ਇੱਕ ਅੱਛਾ ਜਿਹਾ ਪਿਆਰਾ ਜੋ ਕਮੈਂਟ ਅਗਲੇ ਬੰਦੇ ਦੀ ਹੌਸਲਾ ਅਫਜ਼ਾਈ ਹੋ ਜਾਂਦੀ। ਤੁਹਾਨੂੰ ਕੀ ਪਤਾ ਤੁਹਾਡੇ ਇੱਕ ਕਮੈਂਟ ਦੇ ਨਾਲ ਅਗਲਾ ਬੰਦਾ ਕਿੰਨਾ ਕੁ ਵੱਡੇ ਜਿਗਰਾ ਉਹਦਾ ਹੋ ਜਾਂਦਾ, 2.5 ਕਿਲੋ ਉਹਦਾ ਖੂਨ ਵੱਧ ਜਾਂਦਾ। ਤੇ ਜੇ ਉਹ ਮਤਲਬ ਕਿ ਪਤਲਾ ਬੰਦਾ ਤੇ ਉਹਦੇ ਕੀ ਨਾਂ ਹੈ, ਉਹਦਾ ਵਜ਼ਨ ਵੱਧ ਜਾਂਦਾ ਤੁਹਾਡੇ ਇੱਕ ਕਮੈਂਟ ਦੇ ਨਾਲ। ਔਰ ਜਦੋਂ ਕਮੈਂਟ ਨਹੀਂ ਆਉਂਦੇ, ਹਾਂ ਮੈਂ ਇੱਕ ਹੋਰ ਖਾਤੂਨ ਬੈਨੀਫੀਸ਼ੀਅਲ ਬਾतें ਜਿਹੜੀਆਂ ਹੈ ਨਾ ਸਿਸਟਰ, ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੀ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਅੱਲਾਹ ਆਫੀਅਤ ਵਾਲੀ ਜ਼ਿੰਦਗੀ ਦੇ ਔਰ ਅੱਲਾਹ ਤਾਲਾ ਬਹੁਤ 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 ਆਸਾਨੀਆਂ ਕਰੇ। ਯਾਰ ਪਰਦੇਸ ਦੀ ਜ਼ਿੰਦਗੀ ਬੜੀ ਮੁਸ਼ਕਿਲ ਹੈ। ਇਹ ਵੀ ਬੈਨੀਫੀਸ਼ੀਅਲ ਬਾतें ਜਿਹੜੀ ਸਿਸਟਰ ਨੇ ਨਾ ਉਹ ਪਰਦੇਸ ਵਿੱਚ ਹੀ ਹੁੰਦੀਆਂ। ਮੈਂ ਸਮਝਦੀ ਸਾਂ ਹਾਂ ਆਸਾਨ, ਮੈਨੂੰ ਨਹੀਂ ਲੱਗਦਾ ਕਿ ਪਰਦੇਸ ਦੀ ਜ਼ਿੰਦਗੀ ਆਸਾਨ ਹੈ। ਬਹੁਤ ਲੋਕੀ ਆਖਦੇ ਨੇ ਆਸਾਨ ਹੈ, ਯਾਰ ਮੈਂ ਨਹੀਂ, ਮੇਰੇ ਬੱਚੇ ਇੱਕ ਬੱਚਾ ਹੈ ਮਤਲਬ ਕਿ ਜਾਣ ਵਾਲੇ ਹੈ ਨੇ ਨਾ, ਤੇ ਫਿਰ ਮੈਨੂੰ ਤੇ ਬਹੁਤ ਮੁਸ਼ਕਿਲ ਲੱਗਦੀ ਹੈ। ਮਤਲਬ ਇੰਨੀ ਸਟਰਗਲ ਕਿ ਬੰਦਾ ਕਹਿੰਦਾ ਕਿ ਦਰਖਤਾਂ ਤੇ ਯੂਰੋ ਜਾਂ ਡਾਲਰ ਬਿਲਕੁਲ ਵੀ ਨਹੀਂ ਲੱਗਦੇ। ਤੇ ਅੱਲਾਹ ਤਾਲਾ ਹਰ ਪਰਦੇਸੀਆਂ ਨੂੰ ਆਪਣੇ ਜ਼ਮਾਨੇ ਵਿੱਚ ਰੱਖੇ। ਅੱਲਾਹ ਤਾਲਾ ਇਹਨਾਂ ਨੂੰ ਆਫੀਅਤ ਇਮਾਨ ਵਾਲੀ ਲੰਬੀ ਜ਼ਿੰਦਗੀ ਦੇ ਤੇ ਅੱਲਾਹ ਆਪਣੇ ਮੁਲਕ ਦਾ ਜਿਹੜਾ ਫਰਮਾਬਰਦਾਰ ਬਣਾਏ ਔਰ ਅੱਲਾਹ ਤਾਲਾ ਉਹਨਾਂ ਨੂੰ ਇੱਥੇ ਕਿਸੇ ਦਾ ਮੁਹਤਾਜ ਨਾ ਕਰੇ। ਕਿਉਂਕਿ ਆਪਣਾ ਮੁਲਕ ਹੋਏ ਨਾ, ਆਪਣੇ ਮੁਲਕ ਵਿੱਚ ਹਰ ਨੇਮਤ ਹੈ, ਹਰ ਗੱਲ ਹੈ, ਆਪਣਾ ਕਿਸੇ ਬੰਦਾ ਦੁੱਖ ਸੁੱਖ ਵਿੱਚ ਕਿਸੇ ਦੇ ਨਾਲ ਖਲੋ ਜਾਂਦਾ ਹੈ ਜਾਂ ਕੋਈ ਉਹਦੇ ਨਾਲ ਆਪਣਾ ਖਲੋ ਜਾਂਦਾ ਹੈ। ਤੇ ਪਰਦੇਸ ਤੇ ਮੈਨੀਆਂ ਮਿੱਠੀ ਜੇਲ੍ਹ ਜਿਹੜੀ ਹੈ ਨਾ, ਵਾਕਈ ਮਿੱਠੀ ਜੇਲ੍ਹ ਹੈ। ਤੇ ਅੱਲਾਹ ਤਾਲਾ ਬਹੁਤ ਆਸਾਨੀਆਂ ਕਰੇ। ਮੈਂ ਆਪਣੇ ਬੱਚਿਆਂ ਵਾਸਤੇ ਸੋਚਦੀ ਸਾਂ ਕਿ ਮੈਂ ਆਪਣੀ ਮਤਲਬ ਲਾਈਫ ਨੂੰ ਸੈੱਟ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਪਰਦੇਸ ਭੇਜਾਂਗੀ, ਲੇਕਿਨ ਪਰਦੇਸ ਦਾ ਹਾਲ ਵੇਖ ਕੇ ਮੈਂ ਇੰਨਾ ਕੁ ਡਰ ਗਈ ਹਾਂ। ਮੈਂ ਨਹੀਂ ਕਿ ਮੈਂ ਸਾਡੇ ਮੁਲਕ ਨੂੰ ਅੱਲਾਹ ਪਾਕ ਕਿੰਨੀਆਂ ਤਰੱਕੀਆਂ, ਇੰਨੀਆਂ ਕਾਮਯਾਬੀਆਂ ਦੇ ਕੇ ਸਾਨੂੰ ਬਾਹਰ ਜਾਣ ਹੀ ਨਾ ਪਵੇ ਨਾ, ਸਾਡੇ ਬੱਚਿਆਂ ਨੂੰ ਜਾਣ ਪਵੇ। ਤੇ ਅੱਲਾਹ ਤਾਲਾ ਬਹੁਤ ਆਸਾਨੀਆਂ ਕਰੇ ਜਿਹੜੇ ਪਰਦੇਸ ਵਿੱਚ ਨੇ, ਅੱਲਾਹ ਉਹਨਾਂ ਵਾਸਤੇ ਵੀ ਆਸਾਨੀਆਂ ਕਰੇ। ਤੇ ਜਿਹੜੇ ਸਾਡੇ ਇੱਥੇ ਮੁਲਕ ਵਿੱਚ ਇਸ ਦੌਰ ਵਿੱਚ ਗੁਜ਼ਰ ਰਹੇ ਨੇ ਤੇ ਅੱਲਾਹ ਤਾਲਾ ਉਹਨਾਂ ਵਾਸਤੇ ਵੀ ਬਹੁਤ ਆਸਾਨੀਆਂ ਕਰੇ। ਤੁਹਾਡਾ ਲਾਈਕ, ਕਮੈਂਟ ਔਰ ਸ਼ੇਅਰ ਔਰ ਸਬਸਕ੍ਰਾਈਬ ਮੇਰੇ ਵਾਸਤੇ ਬਹੁਤ ਅਹਿਮੀਅਤ ਹੈ। ਤੇ ਜ਼ਰੂਰ ਕਰਿਆ ਕਰੋ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਅੱਲਾਹ ਹਾਫਿਜ਼।